ਹਸਤ ਖੇਲਤ ਤੇਰੇ ਦੇਹੁਰੇ ਆਇਆ। ਅਗਲਾ ਪ੍ਰਸੰਗ। ਮੇਰੇ ਨਾਲ ਮਿਲਣ ਦੀ ਇੱਛਾ ਰੱਖਣ ਵਾਲਿਆਂ ਦੀ ਗਿਣਤੀ ਬਹੁਤ ਹੈ। ਮੈਂ ਹਰ ਬੰਦੇ ਨੂੰ ਘਰ ਆਉਣ ਦੀ ਜੇ ਇਜਾਜ਼ਤ ਦਿੰਦਾ ਰਹਾਂ ਤਾਂ ਇਸੇ ਕੰਮ ਜੋਗਾ ਰਹਿ ਜਾਵਾਂਗਾ। ਲਿਖਣਾ, ਪੜ੍ਹਨਾ ਅਤੇ ਹੋਰ ਜ਼ਰੂਰੀ ਕਾਰਜ ਕਰਨੇ ਸਾਰੇ ਬੰਦ ਹੋ ਜਾਣਗੇ। ਫਿਰ ਦਰਸ਼ਨ ਕਰਨ ਆਉਣ ਵਾਲਿਆਂ ਕੋਲ ਗੱਲਬਾਤ ਕਰਨ ਲਈ ਆਮ ਤੌਰ 'ਤੇ ਕੁਝ ਵੀ ਨਹੀਂ ਹੁੰਦਾ। ਉਹ ਬਿਨਾਂ ਗੱਲਬਾਤ ਚੁੱਪਚਾਪ ਡੁੰਨ ਜਿਹੇ ਬਣੇ ਬੈਠੇ ਰਹਿੰਦੇ ਨੇ। ਕਈ ਬੰਦੇ ਮੇਰੇ ਕੋਲ ਆ ਕੇ ਸਾਹਮਣੇ ਬੈਠ ਕੇ ਬਿਟਰ ਬਿਟਰ ਵੇਖੀ ਜਾਣਗੇ, ਗੱਲ ਕੋਈ ਨਹੀਂ ਕਰ ਸਕਦੇ। ਕੁਝ ਬੰਦੇ ਆ ਕੇ ਅਖਬਾਰ ਚੁੱਕ ਲੈਣਗੇ। ਕਈ ਮੇਰੀਆਂ ਕਿਤਾਬਾਂ ਪੜ੍ਹਨ ਲੱਗ ਜਾਂਦੇ ਹਨ। ਅਖੀਰ ਮੈਨੂੰ ਮਜਬੂਰੀ ਬਸ ਕਹਿਣਾ ਪੈਂਦਾ ਹੈ ਕਿ ਭਾਈ ਅਖਬਾਰ ਜਾਂ ਕਿਤਾਬ ਤੁਸੀਂ ਆਪਣੇ ਨਾਲ ਲੈ ਜਿਓ। ਇੱਥੇ ਕੋਈ ਸਵਾਲ ਹੈ ਕਰਨ ਲਈ ਤਾਂ ਕਰੋ। ਕੋਈ ਵਿਰਲਾ ਹੀ ਹੈ ਜਿਹੜਾ ਗਿਆਨ ਭਰਪੂਰ ਸਵਾਲ ਕਰਕੇ ਜਾਵੇ, ਨਹੀਂ ਤਾਂ ਬਸ ਸਮਾਂ ਬਿਤਾਉਣ ਵਾਸਤੇ ਹੀ ਬਹੁਤੇ ਵੀਰ ਭੈਣਾਂ ਆਉਂਦੇ ਨੇ। ਇਸੇ ਤਰ੍ਹਾਂ ਇੱਕ ਨਿਹੰਗਾਂ ਦਾ ਜਥਾ ਆ ਗਿਆ ਮਿਲਣ ਵਾਸਤੇ। ਸ਼ਾਇਦ ਮੈਂ ਉਹਨਾਂ ਨੂੰ ਮਿਲਣ ਦਾ ਸਮਾਂ ਹੀ ਨਾ ਦਿੰਦਾ ਜੇ ਵਿੱਚ ਇੱਕ ਰਿਸ਼ਤੇਦਾਰ ਨਿਹੰਗ ਨਾ ਹੁੰਦਾ। ਉਹਨਾਂ ਨੇ ਗੁਰਮਤਿ ਦੀਆਂ ਗੱਲਾਂ ਤਾਂ ਨਾ ਮਾਤਰ ਹੀ ਕੀਤੀਆਂ, ਆਪਣੀਆਂ ਨਿੱਜੀ ਕਹਾਣੀਆਂ ਤੇ ਨਿਹੰਗਾਂ ਦੀ ਬਹਾਦਰੀ ਦੇ, ਪੁਰਾਤਨ ਸਮਿਆਂ ਦੇ ਵੀ ਜੋ ਨਿਹੰਗ ਹੋਏ ਨੇ ਉਹਨਾਂ ਦੀ ਬਹਾਦਰੀ ਦੇ ਕਿੱਸੇ ਸੁਣਾਉਂਦੇ ਰਹੇ। ਇੱਕ ਸਭ ਤੋਂ ਸਿਆਣਾ ਨਿਹੰਗ ਇੰਨਾ ਅੱਗੇ ਵਧ ਗਿਆ ਕਿ ਉਸਨੇ ਤਾਂ ਸਾਰੀਆਂ ਹੱਦਾਂ ਹੀ ਤੋੜ ਦਿੱਤੀਆਂ। ਜੋ ਵਾਰਤਾ ਉਸਨੇ ਸੁਣਾਈ ਉਸ ਦਾ ਸੰਖੇਪ ਸਾਰ ਕੁਝ ਇਉਂ ਹੈ। ਕਹਿਣ ਲੱਗਿਆ, ਖਾਲਸਾ ਜੀ, ਸਾਨੂੰ ਹਜੂਰ ਸਾਹਿਬ, ਪਟਨਾ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਯਾਤਰਾ ਦਾ ਬਹੁਤ ਸ਼ੌਂਕ ਹੈ। ਪਿਛਲੇ ਦਿਨੀਂ ਅਸੀਂ 10-12 ਨਿਹੰਗ ਸਿੰਘਾਂ ਨੇ ਰਲ ਕੇ ਸੰਗਤ ਨੂੰ ਹਜੂਰ ਸਾਹਿਬ ਦੀ ਯਾਤਰਾ ਕਰਵਾਈ। ਬੜੀਆਂ ਔਕੜਾਂ ਬਰਦਾਸ਼ਤ ਕੀਤੀਆਂ, ਪਰ ਗੁਰੂ ਸਾਹਿਬ ਪਾਤਸ਼ਾਹ ਨੇ ਅੰਗ ਸੰਗ ਹੋ ਕੇ ਸਾਡੀ ਸਹਾਇਤਾ ਕੀਤੀ। ਧਰਮ ਕਰਮ ਕਮਾਉਂਦੇ ਦਸ਼ਮੇਸ਼ ਪਿਤਾ ਦੀਆਂ ਅਸੀਸਾਂ ਲੈ ਕੇ ਸੁਖੀ ਸਾਂਦੀ ਅਸੀਂ ਵਾਪਸ ਪਰਤ ਆਏ। ਉਹ ਕਹਿਣ ਲੱਗਿਆ ਕਿ ਗੱਲ ਇਸ ਤਰ੍ਹਾਂ ਹੋਈ ਕਿ ਅਸੀਂ 60 ਸ਼ਰਧਾਲੂਆਂ ਦਾ ਜਥਾ ਰੇਲ ਗੱਡੀ ਵਿੱਚ ਸਵਾਰ ਹੋ ਕੇ ਗਿਆ। ਜਾਂਦਿਆਂ ਕਈ ਵਾਰੀ ਟਿਕਟ ਚੈਕਰ ਆਏ। ਅਸੀਂ ਆਖਦਿਆ ਕਰੀਏ ਕਿ ਅਸੀਂ ਗੁਰੂ ਕੀਆਂ ਲਾਡਲੀਆਂ ਫੌਜਾਂ ਗੁਰਧਾਮਾਂ ਦੀ ਯਾਤਰਾ ਨੂੰ ਚੱਲੇ ਹਾਂ। ਫੌਜਾਂ ਟਿਕਟ ਨਹੀਂ ਲਿਆ ਕਰਦੀਆਂ। ਜਾਂਦੇ ਹੋਏ ਤਾਂ ਸਾਡਾ ਸਰ ਗਿਆ। ਵਾਪਸ ਆਉਂਦਿਆਂ ਉਹਨਾਂ ਨੇ ਗੱਡੀ ਵਿੱਚ ਫਿਰ ਚੈਕਿੰਗ ਕੀਤੀ। ਵੇਖ ਕੇ ਟਿਕਟ ਕਟਾਉਣ ਲਈ ਕਿਹਾ। ਅਸੀਂ ਨਾ ਕਰਦੇ ਰਹੇ। ਉਹਨਾਂ ਨੇ ਗੱਡੀ ਰੁਕਵਾ ਲਈ, ਰੇਲਵੇ ਪੁਲਿਸ ਬੁਲਾ ਲਈ, ਸਾਰਿਆਂ ਨੂੰ ਗੱਡੀ ਵਿੱਚੋਂ ਉਤਾਰ ਲਿਆ। ਸਾਨੂੰ ਪੁਲਿਸ ਥਾਣੇ ਲਿਜਾਣ ਲੱਗੇ। ਅਸੀਂ ਉੱਥੇ ਅੜ ਖਲੋਤੇ। ਅੱਧੇ ਬੰਦੇ ਜਾ ਕੇ ਗੱਡੀ ਦੀ ਲੀਹ 'ਤੇ ਲੰਮੇ ਪਏ ਗਏ। ਸਾਡੇ 2 ਸਿੰਘਾਂ ਨੇ ਤੇਜ਼ੀ ਨਾਲ ਦੌੜ ਕੇ ਰੇਲ ਦੇ ਡਰਾਈਵਰ ਦੀ ਗਰਦਨ 'ਤੇ ਕਿਰਪਾਨ ਰੱਖ ਦਿੱਤੀ। ਜੇਕਰ ਸਾਨੂੰ ਕੁਝ ਕਿਹਾ ਤਾਂ ਅਸੀਂ ਇਸ ਡਰਾਈਵਰ ਨੂੰ ਖਤਮ ਕਰ ਦਿਆਂਗੇ। ਭਾਰਤ ਸਰਕਾਰ ਦਾ ਮੰਤਰੀ ਉਸ ਸਮੇਂ ਨਤੀਸ਼ ਕੁਮਾਰ ਸੀ, ਜਿਹੜਾ ਅੱਜ ਕੱਲ੍ਹ ਬਿਹਾਰ ਦਾ ਮੁੱਖ ਮੰਤਰੀ ਹੈ। ਉਸਨੇ ਫੋਨ ਕਰਕੇ ਪੁਲਿਸ ਵਾਲਿਆਂ ਨੂੰ ਰੋਕਿਆ, ਵਰਨਾ ਖੂਨ ਖਰਾਬਾ ਹੋ ਜਾਣਾ ਸੀ। ਪੁਲਿਸ ਨੇ ਹਵਾਈ ਫਾਇਰ ਕੀਤੇ, ਗੱਡੀ ਚਲਾ ਦੇਣ ਦੀਆਂ ਧਮਕੀਆਂ ਦਿੱਤੀਆਂ, ਪਰ ਅਸੀਂ ਗੱਡੀ ਦੇ ਅੱਗੋਂ ਨਾ ਹਟੇ। ਗੱਡੀ 4 ਘੰਟੇ ਲੇਟ ਹੋ ਗਈ। ਇੰਨੇ ਨੂੰ ਵੱਡੇ ਪੁਲਿਸ ਅਫਸਰ ਆ ਗਏ। ਉਹਨਾਂ ਨੇ ਸਾਡੇ ਮੋਹਤਬਰ ਬੰਦਿਆਂ ਨਾਲ ਗੱਲਬਾਤ ਕੀਤੀ। ਸਾਨੂੰ ਫਿਰ ਰੇਲ ਦੀ ਲਾਈਨ ਤੋਂ ਉਹਨਾਂ ਨੇ ਉਠਾਇਆ, ਗੱਡੀ ਵਿੱਚ ਸਵਾਰ ਕੀਤਾ। ਮਹਾਰਾਜ ਦੀ ਕਿਰਪਾ ਸਦਕਾ ਬਿਨਾਂ ਟਿਕਟ ਕਟਾਏ ਸਹੀ ਸਲਾਮਤ ਅਸੀਂ ਆਪਣੀ ਧਾਰਮਿਕ ਯਾਤਰਾ ਪੂਰੀ ਕਰਕੇ ਘਰੇ ਆ ਗਏ। ਮੈਂ ਉਸ ਨਿਹੰਗ ਸਿੰਘ ਨੂੰ ਘੇਰ ਲਿਆ ਤੇ ਮੈਂ ਆਖਿਆ, ਨਿਹੰਗ ਸਿੰਘ ਜੀ, ਕਦੀ ਸਮਾਂ ਸੀ ਇਹ ਜਥੇਬੰਦੀ ਗੁਰੂ ਕੀ ਲਾਡਲੀ ਫੌਜ ਸੀ। ਇਹ ਸੂਰਮੇ ਦੇਸ਼ ਦੀ ਆਜ਼ਾਦੀ ਲਈ ਸਿਰ 'ਤੇ ਕਫਨ ਬੰਨ੍ਹ ਕੇ, ਹੱਥਾਂ ਵਿੱਚ ਕਿਰਪਾਨਾਂ ਫੜ ਕੇ ਮੈਦਾਨ ਵਿੱਚ ਕੁੱਦ ਪੈਂਦੇ ਸਨ। ਅਫਗਾਨਿਸਤਾਨ ਤੱਕ ਬਹਾਦਰੀ ਦੀਆਂ ਇਹਨਾਂ ਸਿੰਘਾਂ ਦੀਆਂ ਧੁੰਮਾਂ ਪੈ ਗਈਆਂ ਸਨ। ਮਿਸਲਾਂ ਦੇ ਭਿਆਨਕ ਦੌਰ ਵਿੱਚ ਵੀ ਇਹਨਾਂ ਨੇ ਹਾਰ ਨਹੀਂ ਮੰਨੀ। ਸਿੱਖ ਰਾਜ ਕਾਇਮ ਕਰਨ ਵਿੱਚ ਇਹਨਾਂ ਨੇ ਭਰਪੂਰ ਯੋਗਦਾਨ ਪਾਇਆ। ਅਕਾਲੀ ਮੋਰਚਿਆਂ ਵਿੱਚ ਵੀ ਹਿੱਸਾ ਪਾਇਆ, ਪਰ ਦੇਸ਼ ਦੀ ਆਜ਼ਾਦੀ ਵਿੱਚ ਕੋਈ ਯੋਗਦਾਨ ਨਿਹੰਗਾਂ ਨੇ ਨਹੀਂ ਪਾਇਆ। ਭੰਗ ਪੀ ਕੇ ਸੁੱਤੇ ਰਹੇ। ਇੰਦਰਾ ਗਾਂਧੀ ਤੋਂ
ਨਿਗੂਣੀਆਂ ਜਿਹੀਆਂ ਰਿਆਤਾਂ ਲੈ ਕੇ ਉਸ ਦੇ ਗੁਣਗਾਨ ਕਰਨ ਲੱਗ ਪਏ। ਉਸਨੇ ਰੇਲਾਂ ਵਿੱਚ ਮੁਫਤ ਸਫ਼ਰ ਕਰਨ ਲਈ ਜ਼ਬਾਨੀ ਵਿਸ਼ਵਾਸ ਦਿਵਾ ਦਿੱਤਾ। ਇਸੇ ਵਿੱਚ ਨਿਹੰਗ ਸਿੰਘ ਖੁਸ਼ ਹੋ ਗਏ। ਹੁਣ ਤੁਸੀਂ ਟਿਕਟ ਨਾ ਲੈਣ ਲਈ ਮੋਰਚਾ ਲਾਇਆ, ਜਾਨ ਖਤਰੇ ਵਿੱਚ ਪਾਈ, ਗੱਡੀ 4 ਘੰਟੇ ਲੇਟ ਕੀਤੀ, ਬਾਕੀ ਮੁਸਾਫਰਾਂ ਤੋਂ ਗਾਲਾਂ ਖਾਧੀਆਂ। ਪੁਲਿਸ ਵਾਲੇ ਜੇਕਰ ਗੋਲੀ ਚਲਾ ਕੇ 10-20 ਬੰਦਿਆਂ ਨੂੰ ਮਾਰ ਦਿੰਦੇ, ਤੁਸੀਂ ਕੁਝ ਨਹੀਂ ਸੀ ਕਰ ਸਕਣਾ। ਤੁਸੀਂ ਮੋਰਚਾ ਲਾਉਂਦੇ ਪੰਜਾਬ ਦੇ ਪਾਣੀਆਂ ਵਾਸਤੇ, ਫਸਲਾਂ ਦੇ ਵਾਜਬ ਭਾਅ ਲੈਣ ਵਾਸਤੇ, ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ, ਨੌਜਵਾਨਾਂ ਨੂੰ ਰੁਜ਼ਗਾਰ ਦਿਵਾਉਣ ਵਾਸਤੇ, ਸਕੂਲਾਂ ਕਾਲਜਾਂ ਤੇ ਹਸਪਤਾਲਾਂ ਦਾ ਪ੍ਰਬੰਧ ਸੁਧਾਰਨ ਵਾਸਤੇ, ਦਰਬਾਰ ਸਾਹਿਬ ਤੇ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਸਤੇ, ਦਿੱਲੀ ਦੇ ਉਜੜੇ ਸਿੱਖਾਂ ਨੂੰ ਮੁੜ ਤੋਂ ਵਸਾਉਣ ਵਾਸਤੇ। ਪਰ ਤੁਸੀਂ ਮੋਰਚਾ ਲਾਇਆ ਰੇਲ ਦੀ ਟਿਕਟ ਦੀ ਮਾਫੀ ਵਾਸਤੇ। ਵਾਹ ਨਿਹੰਗ ਸਿੰਘ ਜੀ ਵਾਹ! ਬਲਿਹਾਰ, ਤੁਹਾਡੀ ਸਿਆਣਪ ਤੋਂ ਇੱਥੋਂ ਤੱਕ ਨਿੱਘਰ ਗਈ ਇਹ ਅਖੌਤੀ ਅਕਾਲੀ ਫੌਜ। 100-200 ਰੁਪਏ ਦੀ ਟਿਕਟ ਪਿੱਛੇ ਮੋਰਚਾ ਲਾ ਕੇ ਜਾਨ ਗਵਾਉਣ ਨੂੰ ਇਹ ਫੌਜ ਤਿਆਰ ਬੈਠੀ ਹੈ। ਕਿੱਥੇ ਗਈ ਤੁਹਾਡੀ ਅਕਲ, ਕਿੱਥੇ ਗਈ ਤੁਹਾਡੀ ਬਹਾਦਰੀ? ਨਿਹੰਗ ਸਿੰਘ ਰੋਣ ਹਾਕਾ ਜਿਹਾ ਹੋ ਗਿਆ। ਦੋਵੇਂ ਹੱਥ ਜੋੜ ਕੇ ਆਖਣ ਲੱਗਿਆ, ਸਾਨੂੰ ਇੰਨੀ ਸੋਝੀ ਨਹੀਂ ਹੈ ਜੀ। ਅਸੀਂ ਜੋ ਕੀਤਾ, ਸਾਡੀ ਤਾਂ ਇੰਨੀ ਹੀ ਮੱਤ ਸੀ। ਸਾਨੂੰ ਤਾਂ ਰੋਜ਼ਾਨਾ ਇਹੋ ਹੀ ਕੁਝ ਸਿਖਾਇਆ ਜਾਂਦਾ ਹੈ ਸਾਡੇ ਮੁਖੀਆਂ ਵੱਲੋਂ। ਅੱਗੋਂ ਸਾਵਧਾਨ ਹੋਣ ਦਾ ਯਤਨ ਕਰਾਂਗੇ ਜਾਂ ਫਿਰ ਜਥੇਬੰਦੀ ਨੂੰ ਅਲਵਿਦਾ ਕਹਿ ਕੇ ਆਪਣੇ ਘਰ ਚਲੇ ਜਾਵਾਂਗੇ। ਆਖੋ ਸਤਨਾਮ।